Welcome to Kinjai Pradesh program. Today we're going to Venus Studies, your study abroad partner. 303 3rd floor, SO 21, Firoz Gandhi Market, Ludhiana. Venus Study is an education consultancy firm specializing in making foreign study accessible for every student. Venus seeks to help ambitious students fulfill their study dreams abroad by ensuring that the career counseling and visa application processes are as hassle-free as possible. Trained team of experts has extensive experience of universities across the globe. Venus V Education Network of Universal Study. ਇੱਥੇ ਸਟੂਡੈਂਟਸ ਨੂੰ IELTS ਦੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ PR ਐਕਸਪਰਟ, ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ, ਬਿਜ਼ਨਸ ਵੀਜ਼ਾ ਦੀ ਫੈਸਿਲਿਟੀ ਵੀ ਮੌਜੂਦ ਹੈ। ਇੱਥੋਂ ਦੇ MD ਗੁਰਪ੍ਰੀਤ ਸਿੰਘ ਜੀ ਬਹੁਤ ਹੀ ਮਿਹਨਤੀ ਇਨਸਾਨ ਹੈ ਅਤੇ ਆਪਣੀ ਮਿਹਨਤ ਸਦਕਾ ਇਸ ਮੁਕਾਮ ਤੇ ਪਹੁੰਚੇ ਨੇ। ਗੁਰਪ੍ਰੀਤ ਸਿੰਘ ਜੀ ਹਮੇਸ਼ਾ ਹੀ ਸਟੂਡੈਂਟਸ ਨੂੰ ਗਾਈਡ ਕਰਨ ਲਈ ਤਿਆਰ ਰਹਿੰਦੇ। ਸਾਡੀ ਟੀਮ ਨੇ ਸਟਾਫ ਮੈਂਬਰਸ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ MD ਗੁਰਪ੍ਰੀਤ ਸਰ ਦੀ ਬੇਹੱਦ ਤਾਰੀਫ ਕੀਤੀ। ਜੇਕਰ ਤੁਸੀਂ ਵੀ ਆਪਣਾ ਵਧੀਆ ਫਿਊਚਰ ਬਣਾਉਣਾ ਚਾਹੁੰਦੇ ਹੋ ਤਾਂ ਪਹੁੰਚੋ ਵੀਨਸ ਆਇਲਸ ਐਂਡ ਵੀਜ਼ਾ ਕੰਸਲਟੈਂਸੀ ਲੁਧਿਆਣਾ। ਦਰਸ਼ਕੋ ਕਿੰਜਾਈਏ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵੀਨਸ ਸਟੱਡੀਜ਼ ਐਂਡ ਇਮੀਗ੍ਰੇਸ਼ਨ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਫਿਰੋਜ਼ ਗਾਂਧੀ ਮਾਰਕੀਟ ਲੁਧਿਆਣਾ ਵਿਖੇ, ਔਰ ਗੱਲ ਕਰ ਰਹੇ ਹਾਂ ਗੁਰਪ੍ਰੀਤ ਜੀ ਨਾਲ। ਗੁਰਪ੍ਰੀਤ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਕਿ 7 ਸਾਲ ਦਾ ਲੰਬਾ ਅਰਸਾ ਜਿਹਦੇ ਵਿੱਚ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਜਿਹੜੇ ਹੈਗੇ ਨੇ ਵੀਨਸ ਦੀ ਹੈਲਪ ਦੇ ਨਾਲ, ਕੋਈ ਆਸਟ੍ਰੇਲੀਆ ਬੈਠਾ, ਕੋਈ UK ਬੈਠਾ, ਕੋਈ ਕੈਨੇਡਾ ਬੈਠਾ, ਕੋਈ UK ਬੈਠਾ, ਅੱਜ ਸਾਰੇ ਵਰਲਡ ਦੇ ਵਿੱਚ ਜਿਹੜਾ ਹੈਗਾ UK ਨੇ ਆਪਣੇ ਵੀਨਸ ਸਟੱਡੀਜ਼ ਨੇ ਜਿਹੜੇ ਹੈਗੇ ਵੀਜ਼ੇ ਲਗਾ ਕੇ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ। ਕੀ ਕਹਿਣਾ ਚਾਹੋਗੇ? ਸਰ ਇਹ ਸਭ ਤੁਹਾਡੇ ਦੁਆਵਾਂ ਦਾ ਅਸਰ ਹੈ, ਭਰਾਵਾਂ ਦੇ ਜੋ ਸਾਡੇ 'ਤੇ ਵਿਸ਼ਵਾਸ ਕੀਤਾ, ਜਿਹਨਾਂ ਲੋਕਾਂ ਨੇ, ਜਿਹਨਾਂ ਬੱਚਿਆਂ ਨੇ ਸਾਡੇ 'ਤੇ ਟਰਸਟ ਕੀਤਾ। ਅੱਜ ਅਸੀਂ ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਥਰੂ ਜਿਹੜਾ ਬੱਚਾ ਬਾਹਰ ਜਾ ਰਿਹਾ ਉਹ ਆਪਣਾ ਅਤੇ ਆਪਣੀ ਫੈਮਿਲੀ ਦਾ ਭਵਿੱਖ ਸਵਾਰ ਰਿਹਾ ਵਾ। ਸਾਡਾ ਇਹੀ ਟਾਰਗੇਟ ਹੈ, ਜਿਹੜਾ ਵੀ ਬੱਚਾ ਸਾਡੇ ਕੋਲ ਕੋਈ ਉਮੀਦ ਲੈ ਕੇ ਆ ਰਿਹਾ ਉਹਦੇ ਸੁਪਨੇ ਨੇ ਕੁਛ, ਉਹਨੇ ਬਾਹਰ ਜਾਣ ਦੇ, ਆਪਣੀ ਫੈਮਿਲੀ ਦੇ ਫਿਊਚਰ ਨੂੰ ਸੈੱਟ ਕਰਨ ਦੇ, ਉਹ ਅਸੀਂ ਸਾਕਾਰ ਕਰੀਏ। ਦੇਖੋ ਅਸੀਂ ਇੱਕ ਪ੍ਰੋਸੈਸਿੰਗ ਵਧੀਆ ਕਰਦੇ ਹਾਂ, ਨੌਲੇਜ ਪੂਰੀ ਦਿੰਦੇ ਹਾਂ, ਟਰਾਂਸਪੇਰੈਂਸੀ ਨਾਲ ਕੰਮ ਕਰੀਦਾ ਵੈ, ਬਾਕੀ ਰਿਜ਼ਲਟਸ ਪਰਮਾਤਮਾ ਦੇ ਦਿੰਦਾ ਵੈ। ਵੀਜ਼ਾ ਮੈਂ ਨਹੀਂ ਦੇਣਾ, ਵੀਜ਼ਾ ਐਮਬੈਸੀ ਨੇ ਦੇਣਾ ਵੈ, ਲੇਕਿਨ ਸਾਡੀ ਪੁਰਜ਼ੋਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਬੱਚਾ ਆਵੇ ਆਪਣੀ ਉਮੀਦਾਂ 'ਤੇ ਸਾਡੇ ਕੋਲ ਲੈ ਕੇ ਆਵੇ, ਅਸੀਂ ਉਹਦੀ ਉਮੀਦ 'ਤੇ ਖਰੇ ਉਤਰ ਪਾਈਏ। ਸਰ ਜਿੱਥੋਂ ਤੱਕ ਫਾਈਲਿੰਗ ਦਾ ਸਵਾਲ ਹੈ, ਤੁਹਾਡਾ 7 ਸਾਲ ਦਾ ਲੰਬਾ ਐਕਸਪੀਰੀਅੰਸ ਹੈ ਔਰ ਤੁਸੀਂ ਖੁਦ ਇੰਟਰਵੀਨ ਕਰਦੇ ਹੋ ਨਾਲ, ਔਰ ਇਹੀ ਕਾਰਨ ਹੈ ਕਿ ਸਿੰਟੈਕਲ ਐਰਰਸ ਜਿਹੜੀਆਂ ਬੜੀਆਂ ਘੱਟ ਹੁੰਦੀਆਂ, ਔਰ ਉਸ ਕਾਰਨ ਜਿਹੜਾ ਹੈਗਾ ਇਸ ਵੀਨਸ ਦੇ ਜਿਹੜੇ ਵੀਜ਼ੇ ਆ ਤਕਰੀਬਨ ਸਕਸੈਸਫੁਲ ਹੁੰਦੇ ਆ। ਹਾਂਜੀ ਸਰ, ਮੇਰਾ ਇੱਕ ਪਰਸਨਲ ਸ਼ੌਕ ਹੈ ਕਿ ਮੈਂ ਹਰ ਫਾਈਲ ਨੂੰ ਇਹ ਸੋਚ ਕੇ ਪ੍ਰੋਸੈਸ ਕਰਦਾ ਕਿ ਖੁਦ ਮੇਰੀ ਫਾਈਲ ਹੈ। ਮੈਂ ਇਹ ਨਹੀਂ ਸੋਚਦਾ ਕਿ ਚਲੋ ਜੀ ਕਲਾਇੰਟ ਆਇਆ, ਫਾਈਲ ਲਈ, ਅਸੀਂ ਪ੍ਰੋਸੈਸ ਕਰ ਦਈਏ ਉਹਨੂੰ ਅਤੇ ਜੋ ਹੋਏਗਾ ਦੇਖੀ ਜਾਏਗੀ। ਨਹੀਂ, ਸਾਡੀ ਇੰਟੈਂਸ਼ਨ ਵੀਨਸ ਸਟੱਡੀਜ਼ ਦੀ ਇਹੀ ਹੈ 100% ਐਕੂਰੇਸੀ ਇਨ ਫਾਈਲਿੰਗ, ਕਿਸੇ ਵੀ ਪੱਖ ਦੇ ਉੱਤੋਂ, ਚਾਹੇ ਉਹ ਫਾਈਨੈਂਸ਼ੀਅਲ ਬੇਸ ਹੈ, ਚਾਹੇ ਉਹ ਡਾਕੂਮੈਂਟ ਬੇਸ ਹੈ, ਚਾਹੇ ਉਹ ਰਿਲੇਸ਼ਨ ਬੇਸ ਹੈ, ਚਾਹੇ ਉਹ ਗੈਪ ਐਵੀਡੈਂਸ ਹੈ, ਕਿ ਕੋਈ ਵੀ ਡਾਕੂਮੈਂਟ ਬੱਚਾ ਸਾਨੂੰ ਪ੍ਰੋਵਾਈਡ ਕਰ ਰਿਹਾ ਹੈ ਉਹਦੀ ਕੋਈ ਕਮੀ ਪੇਸ਼ੀ ਨਾ ਹੋਵੇ, ਫਾਈਲ ਲਗਾ ਲਗਿਆ। ਕੱਲ੍ਹ ਨੂੰ ਐਮਬੈਸੀ ਤੋਂ ਸਾਨੂੰ ਇਹ ਲੈਟਰ ਨਾ ਆਵੇ ਕਿ ਤੁਹਾਡੇ ਡਾਕੂਮੈਂਟ ਵਿੱਚ ਦਿੱਕਤ ਤੱਕ ਤੁਹਾਡਾ ਵੀਜ਼ਾ ਰਿਫਿਊਜ਼ ਕਰ ਦਿੱਤਾ ਹੈ। ਇਸੇ ਕਰਕੇ ਇੱਥੇ ਜੋ ਸਾਡੀ ਸਕਸੈਸ ਰੇਸ਼ੋ ਹੈ 97% ਅਬਵ ਹੈ। ਜਿਹੜੀ 100 ਫਾਈਲ ਲਗਾਉਂਦੇ ਹਾਂ ਤਾਂ ਸਾਡੇ 97 ਵੀਜ਼ਾ ਆਉਂਦੇ ਨੇ। ਸਾਡਾ ਮੇਨ ਟਾਰਗੇਟ ਜੋ ਕਰਨ ਦਾ ਏਰੀਆ ਹੈ ਸਾਡਾ ਆਸਟ੍ਰੇਲੀਆ ਅਤੇ UK ਹੈ। ਅਸੀਂ ਇਹ ਦੋ ਏਰੀਆ ਟਾਰਗੇਟ ਕਰਦੇ ਹਾਂ ਜਿੱਥੇ ਲੋਕਾਂ ਨੂੰ ਫੰਡਿੰਗ ਦੀ ਜ਼ਰੂਰਤ ਪੈਂਦੀ ਹੈ ਜਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਫੰਡਸ ਕਿਵੇਂ ਸ਼ੋਅ ਕਰਾਉਣੇ ਨੇ, ਪੁਰਾਣੇ ਕਿਵੇਂ ਹੁੰਦੇ ਨੇ, ਸਾਰਾ ਸਿਸਟਮ ਅਸੀਂ ਇੱਥੇ ਨੌਲੇਜ ਦੇਈਦੀ ਹੈ। ਇੱਕ ਫਾਈਲ ਨੂੰ ਮੈਂ ਸਪੈਸੀਫਿਕ ਲਾਂਚ ਕਰਨ ਤੋਂ ਪਹਿਲਾਂ ਆਪ ਵੈਰੀਫਾਈ ਕਰਦਾ ਵਾਂ, ਸਟਾਫ ਵੱਲੋਂ ਕਦੇ ਕੋਈ ਦਿੱਕਤ ਨਹੀਂ ਰਹੇਗੀ, ਕੋਈ ਪ੍ਰੋਬਲਮ ਤਾਂ ਨਹੀਂ ਹੈ। ਸਰ ਆਸਟ੍ਰੇਲੀਆ ਦੀ ਤੁਸੀਂ ਗੱਲ ਕੀਤੀ ਹੈਗੀ ਆ, ਕੀ ਸਕੋਪਸ ਨੇ ਔਰ ਕਿੰਨੇ ਕਾਲਜਾਂ ਦੇ ਨਾਲ ਤੁਹਾਡਾ ਟਾਈਅਪ ਹੈਗਾ ਸਰ? ਆਸਟ੍ਰੇਲੀਆ ਦੇ ਵਿੱਚ ਸਾਡਾ ਲਗਭਗ ਕਾਲਜ ਅਤੇ ਯੂਨੀਵਰਸਿਟੀ ਬਣਾ ਕੇ ਚੱਲੀਏ ਅਤੇ 43 ਇੰਸਟੀਟਿਊਟ ਦੇ ਜਿਨ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ ਟੈਕ, ਜਿਹਦੇ ਵਿੱਚ ਲੈਵਲ 1 ਦੇ ਵੀ ਨੇ ਅਤੇ D8 ਦੇ ਇੰਸਟੀਟਿਊਟ ਵੀ ਹੈਗੇ ਨੇ। ਅਸੀਂ ਪ੍ਰਮੋਟ ਕਰਦੇ ਹਾਂ ਸਿਰਫ ਲੈਵਲ 1 ਜਾਂ ਥੋੜ੍ਹਾ ਬਹੁਤ ਲੈਵਲ 2। ਆਸਟ੍ਰੇਲੀਆ ਦੇ ਵਿੱਚ ਜੋ ਵੀ ਸਿਸਟਮ ਚੱਲਦਾ ਹੈ ਸਰ ਉਹ ਚੱਲਦਾ ਲੈਵਲ ਦੇ ਵਾਈਜ਼, ਜਿੰਨੀ ਤੁਸੀਂ ਪ੍ਰੋਫਾਈਲ ਅੱਛੀ ਹੈ ਤੁਹਾਡੇ ਲੋਕ ਡਿਪਲੋਮੇ 'ਤੇ ਫਾਈਲ ਲਗਾ ਦਿੰਦੇ ਨੇ, ਡਿਪਲੋਮਾ 'ਤੇ ਵੀਜ਼ਾ ਚਾਂਸ ਸਿਰਫ 20 ਤੋਂ 25% ਦਿੰਦੇ ਨੇ, ਅਸੀਂ ਡਿਨਾਈ ਕਰ ਦਿੰਦੇ ਹਾਂ। ਸਾਡਾ ਵੀਜ਼ਾ ਰੇਸ਼ੋ ਤਾਂ ਹੀ ਹਾਈਐਸਟ ਹੈ ਕਿਉਂਕਿ ਅਸੀਂ ਸਿਰਫ ਹਾਇਰ ਐਜੂਕੇਸ਼ਨ ਪ੍ਰਮੋਟ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ। ਇਸ ਦੇ ਨਾਲ ਹੀ ਜਿਹੜਾ UK ਦੇ ਵਿੱਚ ਹੈ, UK ਦੇ ਵਿੱਚ ਤੁਸੀਂ ਸਿਰਫ ਜਾਂਦਾ ਹੀ ਹਾਇਰ ਐਜੂਕੇਸ਼ਨ ਦੇ ਲਈ ਹੈ, ਲੇਕਿਨ ਉਹ ਗੈਪ ਚੱਪਦਾ ਰਹਿੰਦਾ। ਆਸਟ੍ਰੇਲੀਆ ਰਹਿੰਦਾ ਥੋੜ੍ਹੀ ਕਰੀਬ ਫਾਈਲ। ਆਸਟ੍ਰੇਲੀਆ ਲੇਟੈਸਟ ਪਾਸ ਆਊਟ 22 ਪਾਸ ਆਊਟ ਹੋਵੇ ਬੱਚਾ +2 ਜਾਂ 3-4 ਸਾਲ 5 ਸਾਲ ਦਾ ਗੈਪ ਹੈ ਗ੍ਰੈਜੂਏਸ਼ਨ ਤੋਂ ਬਾਅਦ ਵਿਦ ਐਵੀਡੈਂਸ ਤਾਂ ਐਕਸੈਪਟ ਕਰਦਾ ਹੈ। UK 3 ਸਾਲ 4 ਸਾਲ +2 ਤੋਂ ਬਾਅਦ ਵੀ ਗੈਪ ਚੈੱਕ ਕਰ ਲੈਂਦਾ ਹੈ, 5.5 ਫੀਸ 'ਤੇ ਵੀ ਲੈ ਲੈਂਦਾ ਹੈ। ਦੋਨੋਂ ਕੰਟਰੀਆਂ ਦਾ ਆਪਣਾ ਅਲੱਗ ਕ੍ਰਾਈਟੇਰੀਆ ਹੈ। ਫਿਊਚਰ ਦੋਨੋਂ ਕੰਟਰੀਆਂ ਦੇ ਵਿੱਚ ਬਹੁਤ ਵਧੀਆ ਹੈ। UK ਜਦੋਂ ਤੋਂ ਬ੍ਰੈਗਜ਼ਿਟ ਹੋਇਆ ਹੈ, ਯੂਰਪੀ ਯੂਨੀਅਨ ਤੋਂ ਬਾਹਰ ਹੋਇਆ, ਉਸ ਤੋਂ ਬਾਅਦ ਉੱਥੇ ਕਾਫੀ ਓਪਰਚੁਨਿਟੀਜ਼ ਆਈਆਂ ਨੇ।
ਤੇ ਬੱਚੇ ਜਿਹੜੇ ਜਾ ਰਹੇ ਨੇ ਉਹਨਾਂ ਰਿਵਿਊ ਸਾਨੂੰ ਆ ਰਹੇ ਨੇ ਕਿ ਇੱਥੇ ਕੰਮ 'ਚ ਕੋਈ ਕਮੀ ਨਹੀਂ ਗੀ, ਵੇਜ ਵੀ ਬਹੁਤ ਅੱਛੇ ਨੇ। ਦੇਖੋ ਜੀ, ਕੋਰਸ ਦੀ ਰੈਲੇਵੈਂਸੀ ਹੋਣੀ ਬਹੁਤ ਜ਼ਰੂਰੀ ਹੈ। ਕਿਸੇ ਵੀ ਕੰਟਰੀ ਬੱਚਾ ਜਾ ਰਿਹਾ, ਆਸਟ੍ਰੇਲੀਆ ਜਾ ਰਿਹਾ ਚਾਹੇ ਯੂਕੇ, ਕੋਰਸ ਰੈਲੇਵੈਂਸ ਨਹੀਂ ਹੋਊਗਾ ਤਾਂ ਤੁਸੀਂ ਅੰਬੈਸੀ ਨੂੰ ਖੁਸ਼ ਨਹੀਂ ਕਰ ਸਕਦੇ। ਅੰਬੈਸੀ ਨੂੰ ਕੁਐਸਚਨ ਰੇਜ਼ ਕਰ ਦੇਗੀ ਤੁਸੀਂ ਆਰਟਸ ਕੀਤੀ ਹੈ, ਤੁਸੀਂ ਮੈਡੀਕਲ ਲਾਈਨ ਕਿਵੇਂ ਚਲੇਗੇ, ਜਾਂ ਤੁਸੀਂ ਕਮਰਸ ਕੀਤੀ ਹੈ, ਤੁਸੀਂ ਮੈਡੀਕਲ ਲਾਈਨ ਕਿਵੇਂ ਚਲੇਗੇ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਕੋਰਸ ਨੂੰ ਸਟੱਡੀ ਕਰੋ। ਸਟੱਡੀ ਕਰਨ ਤੋਂ ਬਾਅਦ ਅਸੀਂ ਸਹੀ ਗਾਈਡੈਂਸ ਦਈਏ ਉਹਨਾਂ ਨੂੰ ਕਿ ਤੁਸੀਂ ਇਸ ਕੋਰਸ ਦੇ ਵਿੱਚ ਇਸ ਯੂਨੀਵਰਸਿਟੀ ਵਿੱਚ ਜਾਓ। ਹਰ ਯੂਨੀਵਰਸਿਟੀ ਦੀ ਆਪਣੀ ਆਪਣੀ ਸਪੈਸੀਫਿਕੇਸ਼ਨ ਤੇ, ਕਈ ਯੂਨੀਵਰਸਿਟੀਆਂ ਕਮਰਸ ਨੂੰ ਜਾਂ ਬਿਜ਼ਨਸ ਦੇ ਕੋਰਸਿਸ ਨੂੰ ਜ਼ਿਆਦਾ ਪ੍ਰਮੋਟ ਕਰਦੀਆਂ ਨੇ, ਕੁਝ ਸਪੈਸ਼ਲੀ ਹੋਸਪਿਟੈਲਿਟੀ ਦੇ ਕੋਰਸਿਸ ਨੇ, ਆਰਟਸ ਦਾ ਬੱਚਾ ਵੀ ਹੋਸਪਿਟੈਲਿਟੀ 'ਚ ਰਿਕਮੈਂਡ ਕਰਦੇ ਆ। ਅਸੀਂ ਇੱਕ ਚੀਜ਼ ਦਾ ਧਿਆਨ ਰੱਖ ਰਹੇ ਖਾਸ ਤੌਰ 'ਤੇ ਕਿ ਜਿਹੜੀ ਸਾਡੀ ਕੋਲ ਪ੍ਰੋਫਾਈਲ ਆ ਰਹੀ ਹੈ ਕੋਈ ਵੀ ਬੱਚਾ ਫੇਕ ਡਾਕੂਮੈਂਟ ਲੈ ਕੇ ਨਾ ਆਵੇ। ਮੈਂ ਅੱਜ ਇੰਟਰਵਿਊ 'ਚ ਇਹੀ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਹੋੜ ਲੱਗੀ ਹੈ, ਸਾਨੂੰ ਬਾਹਰ ਪਹੁੰਚਾ ਦਿਓ। ਅਸੀਂ ਬਾਹਰ ਪਹੁੰਚਾਉਣ ਦਾ ਕੋਈ ਕੰਮ ਨਹੀਂ ਕਰਦੇ, ਸਾਡਾ ਕੋਈ ਟੀਚਾ ਨਹੀਂ ਤੁਹਾਨੂੰ ਬਾਹਰ ਪਹੁੰਚਾਉਣ ਦਾ। ਸਾਡਾ ਕੰਮ ਹੈ ਤੁਹਾਨੂੰ ਸਹੀ ਮਾਰਗਦਰਸ਼ਨ ਦੇ ਕੇ ਤੁਹਾਨੂੰ ਫਿਊਚਰ ਸੈੱਟ ਕਰਨਾ। ਸਾਡਾ ਇਹ ਕੰਮ ਹੈ। ਜਿਹੜਾ ਬੱਚਾ ਜਾਂਦਾ ਹੈ ਇੱਥੋਂ ਸਾਡੇ ਥਰੂ ਤੇ ਉਹ ਸਾਨੂੰ ਜ਼ਰੂਰ ਉੱਥੇ ਜਾ ਕੇ ਯਾਦ ਕਰਦਾ ਹੈ ਪਹੁੰਚਣ ਤੋਂ ਬਾਅਦ, ਕਿਉਂਕਿ ਪਹੁੰਚਣ ਤੋਂ ਬਾਅਦ ਵੀ ਬੱਚੇ ਨੂੰ ਇਨਰੋਲਮੈਂਟ ਕਰਾਉਣੀਆਂ ਹੁੰਦੀਆਂ ਨੇ, ਉੱਥੇ ਦੀ ਕੀ ਪ੍ਰੋਸੈਸ ਹੈ, ਕਿੱਦਾਂ ਯੂਨੀਵਰਸਿਟੀ ਜਾਣਾ ਹੈ, ਸਾਰਾ ਪ੍ਰੋਸੈਸ ਅਸੀਂ ਉਹਨੂੰ ਪ੍ਰੋਪਰ ਇੱਥੋਂ ਗਾਈਡ ਕਰਦੇ ਹਾਂ। ਆਲਰੇਡੀ ਸਾਡੇ ਟਾਈਜ਼ ਵੀ ਹੈਗੇ ਨੇ ਕੈਨੇਡਾ ਦੇ, ਯੂਕੇ ਦੇ ਵਿੱਚ ਜਿਹੜੇ ਪ੍ਰੀਵੀਅਸ ਸਟੂਡੈਂਟਸ ਨੇ, ਜਾਂ ਸਾਡੇ ਇੱਥੋਂ ਪ੍ਰੀਵੀਅਸ ਸਾਡੇ ਕੋਲ ਰਿਲੇਸ਼ਨਸ ਆਪਣੇ ਹੈਗੇ ਨੇ, ਮੇਰੇ ਕਜ਼ਨ ਬੈਠੇ ਨੇ ਜਾਂ ਹੋਰ ਬੈਠੇ ਸਾਡੇ ਮੈਂਬਰ ਬੈਠੇ ਨੇ, ਉਹ ਟੀਮ ਉੱਥੇ ਦੇਖ ਲੈਂਦੀ ਹੈ। ਬੱਚਿਆਂ ਨੂੰ 에ਅਰਪੋਰਟ ਪਿਕਅਪ ਤੋਂ ਲੈ ਕੇ ਅਸੀਂ ਸਟਿਲ ਐਨਰੋਲਮੈਂਟ ਤੱਕ ਸਾਰੀ ਸਰਵਿਸ ਪ੍ਰੋਵਾਈਡ ਕਰਾਈ ਦੀ ਹੈ। ਐਕੋਮੋਡੇਸ਼ਨ ਰਿਕੁਆਇਰਮੈਂਟ ਹੈ, ਉਹਨੂੰ ਇੰਸ਼ੋਰੈਂਸ ਐਕਟੀਵੇਟ ਕਿਵੇਂ ਕਰਨਾ ਹੈ, ਬੱਚੇ ਦਾ ਅਕਾਊਂਟ ਕਿਵੇਂ ਖੁਲਾਉਣਾ ਹੈ, ਉੱਥੇ ਜਾ ਕੇ ਯੂਨੀਵਰਸਿਟੀ ਐਡਮਿਸ਼ਨ ਕਿਵੇਂ ਲੈਣੀ ਹੈ, ਸਾਰਾ ਕੰਮ ਅਸੀਂ ਪ੍ਰੋਪਰ ਗਾਈਡੈਂਸ ਬਾਹਰੋਂ ਹੀ ਕਰਵਾਈਦਾ। ਸਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਸੀਂ ਆਲਰੇਡੀ B2B ਸਰਵਿਸ ਪ੍ਰੋਵਾਈਡ ਕਰ ਰਹੇ ਹਾਂ। ਕਾਫੀ ਏਜੰਟਸ ਦਾ ਕਿਸੇ ਦਾ ਨਾਮ ਨਹੀਂ ਲਊਂਗਾ, ਕੋਈ ਹਰ ਇੱਕ ਦੀ ਪ੍ਰਾਈਵੇਸੀ, ਕਾਫੀ ਏਜੰਟ ਸਾਡੇ ਨਾਲ ਆਲਰੇਡੀ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਵਰਕ ਕਰ ਰਹੇ ਨੇ। ਤੇ B2B ਚੈਨਲ ਅਸੀਂ ਸਿਰਫ ਉਹਦੇ ਨਾਲ ਹੀ ਸ਼ੇਅਰ ਕਰਦੇ ਹਾਂ ਜਿਹੜਾ ਆਲਰੇਡੀ ਗੌਰਮੈਂਟ ਤੋਂ ਲਾਇਸੈਂਸ ਹੋਲਡਰ ਹੋਵੇ। ਅਨਆਥੋਰਾਈਜ਼ਡ ਪਰਸਨ ਨਾਲ ਅਸੀਂ B2B ਡੀਲਸ ਨਹੀਂ ਕਰਦੇ, ਕਿਉਂਕਿ ਜੇ ਉਹਨਾਂ ਨੇ ਕੋਈ ਗਲਤ ਉਹਨੇ ਕਮਿਟਮੈਂਟ ਕਰਤੀ ਤੇ ਨਾਮ ਸਾਡਾ ਵੀ ਨਾਲ ਖਰਾਬ ਹੋਏਗਾ। ਇਸ ਕਰਕੇ ਸਿਰਫ ਜਿਹੜੇ ਕੋਲ ਲਾਇਸੈਂਸ ਹੈ ਪੰਜਾਬ ਗੌਰਮੈਂਟ ਤੋਂ ਅਪਰੂਵ, ਪੰਜਾਬ ਦੇ ਹਰਿਆਣਾ ਦਾ ਲਾਇਸੈਂਸ ਦੀ ਲੋੜ ਨਹੀਂ ਹੈਗੀ, ਲੇਕਿਨ ਫਿਰ ਵੀ ਇਸਟੈਬਲਿਸ਼ ਕਰਦਾ ਹੋਵੇ ਜਾਂ ਪੰਜਾਬ ਦੇ ਵਿੱਚ ਲਾਇਸੈਂਸ ਹੋਲਡਰ ਹੈ, ਅਸੀਂ ਉਹਨੂੰ B2B ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। ਗੁਰਪ੍ਰੀਤ ਜੀ, ਤੁਹਾਡਾ ਅੱਜ ਸਾਡੇ ਨਾਲ ਅਟੈਚ ਹੋਣ ਲਈ ਪੰਜਾਬ ਪਲੱਸ ਦੇ ਨਾਲ ਕਿੰਜਈ ਪ੍ਰਦੇਸ਼ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਅਸੀਂ ਚਾਹਾਂਗੇ ਕਿ ਇੱਕ ਦਿਨ ਗੁਰਪ੍ਰੀਤ ਜੀ ਜਿਹੜੇ ਹੈਗੇ ਉਹ ਸਾਰੇ ਪੰਜਾਬ ਦੇ ਵਿੱਚ ਜਿੱਦਾਂ ਤੁਹਾਡੇ ਮਾਈਂਡ 'ਚ ਹੈ ਕਿ ਅਸੀਂ ਆਪਣੀ ਜਿਹੜੀ ਹੈਗੀ ਫਲੋਰਿਸ਼ ਕਰਨਾ ਇਹਨੂੰ ਕਰੀਏ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। नमता जी, आप एक ऐसी कंपनी के साथ काम कर रहे हैं जो पिछले लंबे समय से सेवाएं दे रही है। फिर हम बात कर लें इमिग्रेशन की, हम बात कर लें स्टडी वीज़ा की, क्या कहना चाहेंगे कि एज़ फार एज फाइलिंग इज़ कंसर्न उसमें आप पूरे परफेक्ट हैं और हर चीज़ को ऑथेंटिकली चेक करके? राइट सर, बिकॉज हम कोई भी केस अगर असेस करते हैं तो सर हम बहुत इनिशियल स्टेज से असेस करते हैं। राइट, हम वेरिफिकेशन से लेकर फ्रॉम द एंड प्रोसेस जो है वो हम वर्क ऑन करते हैं, ताकि बच्चा इनिशियल स्टेज पे ही हम उसकी मिस्टेक्स या इवेलुएशंस कर देते हैं ताकि उसकी फाइलिंग में कोई भी प्रॉब्लम ना आए लास्ट स्टेज तक। मैडम, एज फार एज दिस कंपनी कंसर्न, रिफ्यूज्ड वीज़ा के लिए ये एक रामबाण है, क्या कहना चाहेंगे? कैसे हम ये माने कि जो रिफ्यूज्ड वीज़ाज हैं उनमें जो पहले कहीं लगे होते हैं या नहीं होते उनमें और आप लोगों में, क्योंकि आप लोग ई जोन में ले जाते हैं बंदे को, जब आता है उसकी बॉडी लैंग्वेज होती है वो घबराया होता है। करेक्ट सर, एक्चुअली क्या है कि अगर रिफ्यूज़ल केसेस होते हैं तो सबसे पहले हम उनका लास्ट रिफ्यूज़ल इवैल्यूएट करते हैं कि पर्पस ऑफ रिफ्यूज़ल क्या है, कि रिफ्यूज़ल किस बेसिस पर है। बिकॉज रिफ्यूज़ल की दो कैटेगरीज होती हैं, एक तो जनरल होती है, एक 4020 होती है, दो ही कैटेगरीज होती हैं। तो अगर तो जनरल कैटेगरी है तो इवैल्यूएशन की जाती है कि किस बेसिस पर रिफ्यूज़ल है, तो उसी की ग्राउंड को लेकर हम दोबारा से उसको प्रोसेस करते हैं रिफ्यूज़ल केसेस को। बट यस, अगर कुछ 4020 का होता तो ऑब्वियसली वो केसेस प्रोसेस नहीं होते रिफ्यूज़ल्स में, बिकॉज वो केस होता है फ्रॉडुलेंट का, सो ऑटोमेटिकली वो केसेस हम नहीं प्रोसेस में डालते। जनरल रिफ्यूज़ल्स को हम इवैल्यूएट करके रीलॉन्च करते हैं, बट नॉट फॉर द 4020 केसेस। मैडम, एज फार एज इंटरव्यू प्रिपरेशंस आर कंसर्न, आप यहाँ इंटरव्यू के लिए बच्चे का मनोबल, उसका बॉडी लैंग्वेज, उसकी पर्सनैलिटी डेवलपमेंट, क्या कहना चाहेंगे कि जब वो आते हैं तब उनका माइंड सेटअप, क्योंकि जिसने बच्चे ने बाहर जाना होता है, इंटरव्यू होनी है, तो उसको काफ़ी प्रेशर बना रहता है, और कैसे करते हैं आप? सर, इंटरव्यूज़ के लिए क्या होता है कि पहले तो हम बैंड्स चेक कर लेते हैं कि बच्चे के बैंड्स क्या हैं स्पीकिंग में स्पेसिफिकली।
तो अगर तो वो 5.5 के कैटेगरी में है तो पहले हम एक मॉक अरेंज करवाते हैं जिससे हम इवैल्यूएट करते हैं कि उसकी प्रॉब्लम किस चीज़ में है। ग्रामेटिकली एरर्स आ रही हैं या वो कॉन्फिडेंट नहीं है, तो वो कॉन्फिडेंट सेशंस जो हैं हम एटलीस्ट 3 to 4 सेशंस अरेंज करवाते हैं हमारी टीम की तरफ से। उसके बाद जाकर उनकी हम फाइनल इंटरव्यू सेशंस करवाते हैं। अब इवैल्यूएशंस कैसे होती हैं, अब जैसे अगर 5.5 है तो ऑटोमेटिकली उसका कॉन्फिडेंस और स्पोकन कम होगा, तो हम उसी के ऊपर वर्क ऑन करते हैं। डेली की उसकी 3 to 4 इंटरव्यूज़ हम क्रैक करवा लेते हैं एंड साइड बाय साइड हम स्काइप इंटरव्यूज़ भी करवा लेते हैं ताकि बच्चा फेस टू फेस भी कॉन्फिडेंट रहे। तो वो एक वीक का प्रोसेस होता है और डेली उसकी 3 to 4 इंटरव्यूज़ कंडक्ट करवाई जाती हैं एंड हम वही क्वेश्चंस उनको पूछते हैं जो क्वेश्चंस आगे यूनिवर्सिटीज़ की तरफ से आते हैं। तो इससे उनका कॉन्फिडेंस लेवल और वे ऑफ कम्युनिकेशन जो है वो इम्प्रूव होता है, बिकॉज डेली की वो 4 से 5 सेशंस अगर इंटरव्यू के दे रहे हैं तो ऑटोमेटिकली वीक में भी अगर उनके वो सेशंस देंगे तो 30 to 40 सेशंस कंडक्ट हो जाते हैं, जिससे वो इजीली अपनी इंटरव्यू क्रैक कर लेते हैं। और हम क्वेश्चंस ही वो पूछते हैं जो इंटरव्यूअर पूछता है, यूनिवर्सिटी इंटरव्यूज। थैंक यू मैडम। ओके, वेलकम सर। मैडम कैसे महसूस करते हैं आप इस कंपनी में? मैं इस कंपनी में लास्ट 1 ईयर से हूँ और मुझे लगता है कि ये कंपनी मेरे लिए एक सपना है। बिकॉज़ मुझे लगता है कि अगर इस कंपनी में कोई भी एम्प्लॉय एज एन एम्प्लॉय यहाँ पे ज्वाइन करता है तो ही और शी विल डेफिनेटली जो है कि एक बिलीव रखेगा कि ये कंपनी उसको उसके सपनों की उड़ान भरेगी। क्यों? क्योंकि इस कंपनी में वो हर एक चीज़ की सर्विसेज मौजूद हैं जहाँ पर हमें एक प्रॉपर एक एम्प्लॉय को मिलनी चाहिए इन रिगार्ड टू कोऑपरेशन, इन रिगार्ड टू सैलरी प्रॉस्पेक्ट्स, इन रिगार्ड टू एवरीथिंग। सो आई थिंक कि दिस कंपनी इज़ द बेस्ट टू वर्क विद इट, बिकॉज इस कंपनी में वो हर चीज़ अवेलेबल है जो एक एम्प्लॉय को चाहिए। I'm feeling very lucky to be a part of this company, and I feel that my honor is very much down to earth, and he appreciate my work whenever I do anything, I achieve anything, and I believe that the person who is with you as in your up and downs, and I feel so lucky to be a part of this organization. Richa, what will say, every day new visas are coming, and when a person get visa, his face impression, his lightness, how you feel? I feel so happy for that person because he's get what like our company is putting 100% effort, and when we accomplish this kind of achievement, I feel so proud and honorable to be in that organization. ਗੁਰਪ੍ਰੀਤ ਜੀ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਸਟਾਫ ਨਾਲ ਵੀ ਗੱਲ ਕੀਤੀ, ਇੱਕ ਫੈਮਿਲੀ ਐਟਮੋਸਫੇਅਰ ਸਾਨੂੰ ਇੱਥੇ ਲੱਗਿਆ, ਕੀ ਕਹਿਣਾ ਚਾਹੋਗੇ ਕਿ ਕਿਵੇਂ ਤੁਸੀਂ ਫਿਰ ਇਹ ਮੇਨਟੇਨ ਕਰਦੇ ਹੋ ਫੈਮਿਲੀ ਐਟਮੋਸਫੇਅਰ, ਔਰ ਕਿੱਦਾਂ ਜਦੋਂ ਇੱਕ ਵੀਜ਼ਾ ਆਉਂਦਾ ਤਾਂ ਇਕੱਲਾ ਗੁਰਪ੍ਰੀਤ ਹੀ ਨਹੀਂ ਅੰਦਰ ਬੈਠ ਕੇ ਖੁਸ਼ ਹੁੰਦਾ, ਬਾਕੀ ਸਾਰੇ ਜਿਹੜੀ ਕੰਪਨੀ ਦੇ ਜਿਨ੍ਹਾਂ ਨੇ ਕੋਈ ਵੀ ਵਿੱਚ ਰੋਲ ਅਦਾ ਕੀਤਾ ਹੁੰਦਾ ਉਹ ਸਾਰੇ ਜਣੇ ਖੁਸ਼ ਹੁੰਦੇ ਨੇ? ਜੀ ਸਰ, ਬਿਲਕੁਲ, ਕਿਉਂਕਿ ਇੱਕ ਕੰਪਨੀ ਗਰੋ ਕਰਦੀ ਹੈ ਆਪਣੇ EMPLOYEES ਦੇ ਨਾਲ, ਤੇ ਮੈਂ ਕਦੇ ਵੀ ਆਪਣੇ EMPLOYEE ਨੂੰ EMPLOYEE ਨਹੀਂ ਸਮਝਿਆ। ਤੁਸੀਂ ਇੰਟਰਵਿਊ ਪੁੱਛ ਹੀ ਲਿਆ ਉਹਨਾਂ ਨੂੰ, ਮੈਂ ਐਜ਼ ਅ ਟੀਮ ਵਰਕ ਕਰਦਾ, ਮੈਂ ਕਦੀ ਫੀਲ ਨਹੀਂ ਹੁੰਦਾ ਤਾਂ ਮੈਂ ਉਹਨਾਂ ਦਾ ਬੌਸ ਆ, ਮੈਂ ਰੋਬ ਝਾੜਾ ਜਾਂ ਇੱਦਾਂ ਕਰਾਂ। ਐਜ਼ ਅ ਫੈਮਿਲੀਅਰ ਮਾਹੌਲ ਦਿੰਦਾ ਕਿ ਜੋ ਵੀ ਬੱਚੇ ਸਾਡੇ ਕੋਲ ਇੱਥੇ ਜੋਬ ਕਰਨ ਲਈ ਆਉਂਦੇ ਨੇ ਉਹਨਾਂ ਦੇ ਵੀ ਕੁਝ ਫਿਊਚਰ ਐਂਬੀਸ਼ਨਸ ਹੁੰਦੇ ਨੇ, ਉਹ ਕਿਵੇਂ ਪੂਰੇ ਕਰਨੇ ਨੇ ਉਹ ਗਰੰਟੀ ਮੈਂ ਲੈਂਦਾ ਇਹਨਾਂ ਦੀ, ਅਤੇ ਕੰਮ ਨੂੰ ਸਹੀ ਤਰੀਕੇ ਨਾਲ ਕਿਵੇਂ ਕਰਨਾ ਮੈਂ ਉਹ ਗਰੰਟੀ ਇਹ ਲੈਂਦੇ ਨੇ। ਇਸ ਕਰਕੇ ਜਿੰਨੀ ਵੀ ਟੀਮ ਤੁਸੀਂ ਦੇਖ ਰਹੇ ਸਾਰੇ ਬੈਠੇ ਨੇ ਇਹ 100% ਐਫਰਟਸ ਦਿੰਦੇ ਨੇ। ਇਹਦੇ ਨਾਲ ਹੀ ਮੈਂ 2 EMPLOYEES ਤੋਂ ਅੱਜ 18 EMPLOYEES 'ਤੇ ਪਹੁੰਚ ਗਿਆ ਵਾਂ। ਇਹਨਾਂ ਦੇ ਸਹਿਯੋਗ ਨਾਲ ਹੀ ਹੋਰ ਗਰੋ ਕਰ ਰਹੇ ਹਾਂ, ਅਤੇ ਆਉਂਦੇ 4, 6, 8 ਮਹੀਨਿਆਂ ਦੇ ਵਿੱਚ ਸਾਡੀ ਟੀਮ 50+ ਹੋ ਜਾਏਗੀ। ਔਰ ਅਸੀਂ ਸਮਝੀਏ ਕਿ ਇਹ ਇੱਕ ਜਣਾ ਜਿਹੜਾ ਹੈਗਾ ਉਹ 2-2, 3-3 ਸੈਂਟਰਾਂ ਨੂੰ ਗਾਂ ਸੰਭਾਲੂਗਾ, ਜਿੱਦਾਂ ਤੁਹਾਡਾ ਵੀਨਸ ਦਾ ਇੱਕ ਮਿਸ਼ਨ ਹੈਗਾ, ਇੱਕ ਏਮ ਆ ਤੁਹਾਡੇ ਮਾਈਂਡ ਦੇ ਵਿੱਚ ਕਿ ਮੈਂ ਇਹਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਫੈਲਾਉਣਾ ਵੀਨਸ ਨੂੰ। ਮੰਨਦੇ ਹੋ ਕਿ ਇਹੀ ਜਿਹੜੇ ਬੱਚੇ ਨੇ ਜਿਹੜੇ ਅੱਜ ਬੜੇ ਸਮਾਰਟ ਜਿਹੇ ਬੱਚੇ ਨੇ ਔਰ ਨਏ ਬੱਚੇ ਨੇ, ਔਰ ਇਹ ਅੱਗੇ ਜਾ ਕਰ ਬਹੁਤ ਵੱਡੀਆਂ ਜਿਹੜੀਆਂ ਜ਼ਿੰਮੇਵਾਰੀ ਸੰਭਾਲਣਗੇ? ਇਹ ਟੀਮ ਅੱਜ ਇੱਕ ਦਿਨ 'ਚ ਇਕੱਠੀ ਨਹੀਂ ਹੋਈ ਜੀ। ਇਸ ਟੀਮ ਨੂੰ ਇਕੱਠਾ ਕਰਨ ਲਈ ਮੈਨੂੰ 4 ਤੋਂ 5 ਸਾਲ ਲੱਗੇ ਨੇ। ਛਾਂਟੀ ਕੀਤੀ ਹੈ, ਫਿਲਟਰ ਕੀਤੇ ਨੇ, ਘੱਟੋ ਘੱਟ 200 EMPLOYEES ਦੇ ਵਿੱਚ ਮੈਨੂੰ 18 ਬੰਦੇ ਮਿਲੇ ਨੇ ਜਿਨ੍ਹਾਂ ਨੂੰ ਮੈਂ ਫਿਲਟਰ ਕੀਤਾ ਵਾ। ਇਹ ਉਹ ਬੰਦੇ ਨੇ ਜਿਹੜੇ ਹੀਰੇ ਨੇ ਨਾ, ਆਪਾਂ ਕਹਿੰਦੇ ਕੋਲੇ ਦੀ ਖਾਂ ਚੋਂ ਹੀਰੇ ਕੱਢ ਕੇ ਲਿਆਉਂਦੇ ਆ, ਇਹ ਹੀਰੇ ਕੱਢੇ ਹੋਏ ਸਾਰੇ ਅਸੀਂ ਆਪਣੀ ਟੀਮ ਦੇ ਵਿੱਚ, ਅਤੇ ਇਹਨਾਂ ਦੀ ਸਪੋਰਟ ਦੇ ਨਾਲ ਹੀ ਇਹ ਵੀ ਗਰੋ ਕਰਾਂਗੇ ਅਤੇ ਕੰਪਨੀ ਵੀ ਗਰੋ ਕਰੇਗੀ। ਔਰ ਆਉਣ ਵਾਲੇ ਸਮੇਂ 'ਚ ਮਤਲਬ ਸਮਝੀਏ ਵੀ ਸਾਰੇ ਹਿੰਦੁਸਤਾਨ 'ਚ ਇਹ ਕੰਪਨੀ ਜਾਏਗੀ। ਇਹ ਤਾਂ ਪ੍ਰਮਾਤਮਾ ਦੀ ਦੁਆ ਅਤੇ ਤੁਹਾਡੇ ਭਰਾਵਾਂ ਦਾ ਪਿਆਰ ਚਾਹੀਦਾ, ਗਰੋ ਜ਼ਰੂਰ ਕਰਾਂਗੇ ਅਸੀਂ।